अस्सलामुअलैकुम जी। दिल आखदा असी भी कोई वल छल करिए, मन आखदा चंद्रा बंदियां वाली गल करिए। ਧੀਆਂ ਪੁੱਤਰ ਤੇ ਮਾਂ ਪਿਓ ਦਾ ਇੱਕ ਐਸਾ ਰਿਸ਼ਤਾ ਹੁੰਦਾ ਹੈ ਕਿ ਜਿਹਨੂੰ ਅਸੀਂ ਸਾਰੀ ਜ਼ਿੰਦਗੀ ਕੋਈ ਇਸ ਕਿਸਮ ਦੇ ਝਾਕੇ 'ਚ ਗੁਜ਼ਾਰ ਦਿੰਦੇ ਹਾਂ ਕਿ ਉਹ ਇਹਤਰਾਮ ਦੀ ਜਗ੍ਹਾ ਜਿਹੜੀ ਹੈ ਨਾ, ਉਹਨੂੰ ਅਸੀਂ ਕੋਈ ਜ਼ਰੂਰਤ ਤੋਂ ਜ਼ਿਆਦਾ ਉਸ ਨੋਈਅਤ 'ਤੇ ਲੈ ਜਾਂਦੇ ਹਾਂ ਕਿ ਸਾਨੂੰ ਸਾਰੀ ਜ਼ਿੰਦਗੀ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਦੁਨੀਆ 'ਤੇ ਅਸੀਂ ਆਏ ਹਾਂ ਅਤੇ ਇਹਦੇ ਵਿੱਚ ਕਈ ਐਸੇ ਮਾਮਲਾਤ ਨੇ ਜਿਹੜੇ ਸਾਡੇ ਮਾਂ ਪਿਓ ਨੇ ਜਾਂ ਸਾਡੇ ਜਿਹੜੇ ਉਸਤਾਦ ਨੇ ਉਹਨਾਂ ਤੋਂ ਅਸੀਂ ਝੱਕ ਕੇ ਅਤੇ ਉਹ ਸਵਾਲ ਹੀ ਨਹੀਂ ਕੀਤਾ ਕਿ ਜਿਹੜਾ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਬੜਾ ਅਹਿਮ ਨੁਕਤਾ ਔਰ ਅਹਿਮ ਸਵਾਲ ਸੀ ਅਤੇ ਉਸੇ ਝਾਕੇ 'ਚ ਸਾਰੀ ਹਯਾਤੀ ਉਹ ਗੁਨਾਹ ਕਰਦੇ ਰਹੇ ਅਤੇ ਨਾ ਹੀ ਉਸ ਮਾਂ ਪਿਓ ਨੇ ਕਦੇ ਕੋਲੇ ਬਹਾ ਕੇ ਅਤੇ ਇਹ ਪ੍ਰਾਈਵੇਸੀ ਪੁੱਛੀ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਜਾਂ ਤੁਸੀਂ ਕੀ ਚਾਹੁੰਦੇ ਹੋ। ਇਸ ਚੱਕਰ 'ਚ ਬੰਦਾ ਸਾਰੀ ਜ਼ਿੰਦਗੀ ਕੋਈ ਐਸੇ ਗੁਨਾਹ ਕਰ ਜਾਂਦਾ ਹੈ ਕਿ ਜਿਹਨੂੰ ਅਲਫਾਜ਼ਾਂ 'ਚ ਬਿਆਨ ਨਹੀਂ ਕੀਤਾ ਜਾਂਦਾ। ਜੇ ਕਿਸੇ ਮੌਲਵੀ ਨੂੰ ਪੁੱਛੀਏ ਤੇ ਉਹ ਅੱਗੋਂ ਐਸਾ ਜਵਾਬ ਦੇਗਾ ਕਿ ਤੈਨੂੰ ਅਜੇ ਤੱਕ ਪਤਾ ਹੀ ਨਹੀਂ ਹੈ। ਵੀ ਬੰਦਾ ਮੌਲਵੀ ਨੂੰ ਪੁੱਛੇ ਵੀ ਤੈਨੂੰ ਪਤਾ ਹੈ, ਤੇਰੇ ਕੋਲੇ ਆਉਣ ਦਾ ਮਕਸਦ ਤੇ ਆ ਹੀ ਹੈ ਨਾ ਕਿ ਨਹੀਂ ਪਤਾ। ਜਾਂ ਕੋਈ ਬੰਦੇ ਸਾਰੀ ਜ਼ਿੰਦਗੀ ਇਸ ਝਾਕੇ 'ਚ ਰਹਿੰਦੇ ਨੇ ਵੀ ਇਹ ਗੱਲ ਪੁੱਛੀ ਅਤੇ ਅਗਲਾ ਇਹ ਗੱਲ ਕਹੇਗਾ ਵੀ ਤੂੰ 20 ਸਾਲ ਜਾਂ 15 ਸਾਲ ਜਾਂ 30 ਸਾਲ ਜਾਂ ਜਿਤਨੀ ਵੀ ਜ਼ਿੰਦਗੀ ਹੈ ਤੈਨੂੰ ਨਹੀਂ ਪਤਾ। ਪਿਓ ਤੂੰ ਝੱਕਦਿਆਂ ਮੁੰਡੇ ਨੇ ਸਾਰੀ ਜ਼ਿੰਦਗੀ ਗੱਲ ਨਾ ਕੀਤੀ, ਉਹ ਮਾਂ ਤੂੰ ਝੱਕਦਿਆਂ ਧੀ ਨੇ ਕੋਈ ਨਾ ਕੀਤੀ। ਧੀਆਂ ਦੇ ਕੋਈ ਐਡੇ ਕਰ ਮੇਜਰ ਨਹੀਂ, ਲੇਕਿਨ ਫਿਰ ਵੀ ਹੈ ਨੇ। ਬੇਟੀਆਂ ਦੇ ਜਿਹੜੇ ਮਾਮਲਾਤ ਹੁੰਦੇ ਨੇ ਉਹ ਮਾਵਾਂ ਨੂੰ ਚਾਹੀਦਾ ਕਿ ਉਹਦੀ ਪ੍ਰਾਈਵੇਸੀ ਨੂੰ ਅੱਛੇ ਅੰਦਾਜ਼ ਨਾਲ ਔਰ ਅੱਛੇ ਤਰੀਕੇ ਨਾਲ ਔਰ ਤਜਰਬੇ ਦੀ ਰੂਹ ਨਾਲ ਔਰ ਲਾ ਇਲਮੀ ਜਿੱਥੋਂ ਨਜ਼ਰ ਆਵੇ ਕਿ ਮੈਨੂੰ ਨਹੀਂ ਪਤਾ ਉਹਦੀ ਤਹਿਕੀਕ ਕਰੇ, ਉਹਦੇ ਨਾਲ ਜਾਏ ਅਤੇ ਉਹਦਾ ਪਤਾ ਕਰਾਏ ਕਿ ਕਿਆ ਇਹ ਮੈਨੂੰ ਅਗਰ ਨਹੀਂ ਪਤਾ ਤਾਂ ਮੈਂ ਕਿਸੇ ਐਸੇ ਆਲਮੇ ਦੀਨ ਕੋਲੋਂ ਜਾਂ ਐਸੇ ਅਹਿਲੇ ਇਲਮ ਕੋਲੋਂ ਇਹ ਪੁੱਛ ਕੇ ਦੱਸਾਂ ਕਿ ਵੀ ਇਹ ਮੇਰੀ ਧੀ ਦਾ ਮਸਲਾ ਔਰ ਉਹ ਹੱਲ ਕਰੇ। ਐਸੇ ਤਰ੍ਹਾਂ ਜਿਹੜਾ ਪਿਓ ਹੈ ਉਹਨੂੰ ਆਪਣੀ ਔਲਾਦ ਨਾਲ ਇਸ ਕਿਸਮ ਦਾ ਲਹਿਜਾ, ਇਸ ਕਿਸਮ ਦਾ ਰਵੱਈਆ ਅਖਤਿਆਰ ਕਰਨਾ ਚਾਹੀਦਾ ਕਿ ਉਹ ਖੁੱਲ੍ਹੇ ਝੱਕ ਤੁਹਾਡੇ ਕੋਲੋਂ ਕੋਈ ਪ੍ਰਾਈਵੇਸੀ ਪੁੱਛ ਸਕੇ। ਉਹ ਤੁਸੀਂ ਉਹਦੇ ਨਾਲ ਇਸ ਕਿਸਮ ਦਾ ਪਿਓ ਹੋਣਾ ਜਿਹੜਾ ਨਾ, ਇਹ ਕੋਈ ਤਕੱਬਰ ਦਾ ਨਾਂ ਨਹੀਂ ਕਿ ਵੀ ਮੈਂ ਪਿਓ ਹਾਂ। ਉਹ ਸੁੱਕੀਆਂ ਗਾਲਾਂ ਕੱਢਣ ਦਾ ਨਾਂ ਪਿਓ ਨਹੀਂ ਹੈ ਵੀ ਮੈਂ ਪਿਓ ਹਾਂ। ਉਹ ਨਾ ਮੈਂ ਕੋਈ ਦੱਸਣਾ ਦੇ ਨਾ ਮੈਂ ਕੋਈ ਮੈਨੂੰ ਪੁੱਛ ਸਕਦਾ, ਇਹ ਤਾਂ ਕੋਈ ਗੱਲ ਨਹੀਂ ਨਾ। ਇਹ ਬੜੀ ਜ਼ਿੰਮੇਦਾਰੀ ਦਾ ਨਾਂ ਹੈ। ਪਿਓ ਇੱਕ ਬੜੀ ਜ਼ਿੰਮੇਦਾਰੀ ਦਾ ਨਾਂ ਹੈ। ਜੇ ਬੰਦਾ ਕੁਛ ਸਮਝੇ ਅਤੇ ਆਪਣੇ ਪੁੱਤਰਾਂ ਨੂੰ ਕੋਲੇ ਬਹਾ ਕੇ ਉਹਨਾਂ ਨੂੰ ਹਰ ਹਵਾਲੇ ਦੇ ਨਾਲ, ਮੈਂ ਕਈਆਂ ਬੰਦਿਆਂ ਨੂੰ ਦੇਖਿਆ ਸ਼ਾਦੀशुदा ਨੂੰ ਵੀ ਕਿਸੇ ਗੱਲ ਦਾ ਨਹੀਂ ਪਤਾ, ਕਿਉਂਕਿ ਕਦੇ ਪਿਓ ਨੇ ਕੋਲੇ ਬਹਿਣ ਹੀ ਨਹੀਂ ਦਿੱਤਾ। ਜੇ ਉਹ ਬੈਠਾ ਹੈ ਦਾਵਣ ਵਾਲੇ ਪਾਸੇ ਅਤੇ ਉਹ ਬੜੇ ਖੌਫ ਦੇ ਆਲਮ 'ਚ ਬੈਠਾ ਹੈ ਔਰ ਕਿਸੇ ਮਜਬੂਰੀ ਦੇ ਤਹਿਤ ਬੈਠਾ ਹੈ ਔਰ ਪਤਾ ਨਹੀਂ ਕਿਉਂ ਬੈਠਾ। ਉਹ ਪਿਓ ਦੇ ਕੋਲੇ ਇਸ ਯਾਨੀ ਵਿਚਾਰਾ ਬੈਠਾ ਹੈ ਇਸ ਵਕਤ ਦੀ ਲਿਮਟ ਦੇਖ ਕੇ ਕਿ ਬਸ ਮੇਰਾ 5 ਮਿੰਟ ਦਾ ਜਿਹੜਾ ਨਾ ਕੰਮ ਹੋ ਜਾਂਦਾ ਅਤੇ ਫਿਰ ਉਹ ਜਿਸ ਵੇਲੇ ਬਾਹਰ ਨਿਕਲਦਾ ਜਾਂ ਆਪਣੇ ਕਮਰੇ 'ਚ ਜਾਂਦਾ ਜਾਂ ਕਿਤੇ ਅਤੇ ਉਹ ਸੁੱਖ ਦਾ ਸਾਹ ਲੈਂਦਾ, ਇੰਝ ਹੋਕਾ ਜਿਹਾ ਭਰਦਾ। ਇਹ ਕੋਈ ਪਿਓ ਹੈ?
ਕਿ ਜਿਹਦੇ ਕੋਲੋਂ ਔਲਾਦ ਇੰਨੀ ਖੌਫਜ਼ਦਾ ਔਰ ਕੋਈ ਸਵਾਲ ਕਰਨ ਤੋਂ ਪਹਿਲਾਂ ਉਹ ਕਹਿੰਦੀ ਹੈ ਕਿ ਵੀ ਮੈਂ ਸਾਰੀ ਜ਼ਿੰਦਗੀ ਨਾ ਉਹਨੇ ਕਿਸੇ ਬੰਦੇ ਨੂੰ ਪੁੱਛਿਆ, ਤੇ ਜੇ ਬਾਹਰੋਂ ਪੁੱਛੇ ਤੇ ਤਾਂ ਵੀ ਸ਼ਰਮ ਵਾਲੀ ਗੱਲ ਹੈ, ਤੇ ਜਾਂ ਫਿਰ ਬਾਹਰੋਂ ਜਿਸ ਬੰਦੇ ਨੂੰ ਜਿਸ ਤਰ੍ਹਾਂ ਦਾ ਪਤਾ ਹੈ ਫਿਰ ਉਹਨੇ ਉਂਝ ਦੀ ਦੱਸ ਰਹੀ ਹੈ, ਤੇ ਉਹ ਵੀ ਫਿਰ ਉਸੇ ਤਰ੍ਹਾਂ ਦੀ ਕਰ ਰਹੀ ਹੈ। ਨਸਲ ਤੇ ਤੁਹਾਡੀ ਖਰਾਬ ਹੋਈ। ਅਸਲ ਸਾਡੇ ਵਿੱਚ ਪਿੰਡਾਂ ਦੇ ਵਿੱਚ ਬਰਾਦਰੀ ਇਕੱਠੀ ਹੁੰਦੀ ਹੈ, ਕੋਈ ਚੰਗੀਆਂ ਮਾੜੀਆਂ ਤੇ ਕੋਈ ਵਿਆਹਾਂ ਸ਼ਾਦੀਆਂ ਤੇ ਕੋਈ ਕਿਧਰੇ ਦਾਰੇ ਮਸੀਤੀ। ਸਾਨੂੰ ਔਲਾਦ ਨੂੰ ਤਰਜੀਹ ਦੇਣੀ ਚਾਹੀਦੀ, ਉਹਨੂੰ ਨਾਲ ਖੜਨਾ ਚਾਹੀਦਾ, ਉਹਦੇ ਸਾਹਮਣੇ ਗੱਲ ਕਰਨੀ ਚਾਹੀਦੀ ਹੈ। ਕੋਈ ਡੰਗਰ ਵੱਛਾ ਲੈਂਦਿਆਂ ਆਪਣੀ ਔਲਾਦ ਨੂੰ ਨਾਲ ਖੜਨਾ ਚਾਹੀਦਾ ਹੈ, ਉਹਦੇ ਕੋਲੋਂ ਸੌਦਾ ਕਰਵਾਉਣਾ ਚਾਹੀਦਾ ਹੈ, ਉਹਨੂੰ ਦੱਸਣਾ ਚਾਹੀਦਾ ਕਿ ਵੀ ਇੰਝ ਸੌਦਾ ਕਰੀਦਾ। ਕਰਨਾ ਤੁਸੀਂ ਇਹ, ਲੇਕਿਨ ਉਹਦੇ ਮੂੰਹ 'ਚੋਂ ਅਸੀਂ ਕੋ ਅੱਲਾ ਦੀ ਰਾਹ 'ਚ ਦੰਦਿਆਂ ਹੋਇਆਂ ਆਪਣੇ ਛੋਟੀ ਜਿਹੇ ਬੱਚਿਆਂ ਨੂੰ ਕਹੀਦਾ ਲੈ ਪੁੱਤਰ, ਤਾਂ ਕਿ ਉਹਨੂੰ ਤੁਹਾਡੇ ਮਰਨ ਤੋਂ ਬਾਅਦ, ਤੁਸੀਂ ਮਰਨਾ ਤਾਂ ਹੈ ਨਾ, ਇਹ ਤਾਂ ਹੋ ਹੀ ਨਹੀਂ ਸਕਦਾ ਦੁਨੀਆ ਦਾ ਕੋਈ ਸ਼ਖਸ ਹੈ ਕਹੇ ਕਿ ਮੈਂ ਮਰਨਾ ਨਹੀਂ, ਉਹ ਕਿੱਲੇ ਲਾਉਣ ਵਾਲੀ ਤਾਂ ਕੋਈ ਗੱਲ ਨਹੀਂ ਨਾ। ਤੇ ਉਸ ਔਲਾਦ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਫਕੀਰ ਨੂੰ ਕਿੰਨੇ ਪੈਸੇ ਦੇਣੇ ਨੇ, ਮੈਂ ਰੋਡ ਤੇ ਲੰਘਦੇ ਬੰਦੇ ਨਾਲ ਗੱਲ ਕਿਸ ਤਰ੍ਹਾਂ ਕਰਨੀ ਹੈ, ਮੈਂ ਕਿਸੇ ਨਾਲ ਸਲਾਮ ਦੁਆ ਲੈਣੀ ਹੈ, ਕੋਈ ਮੇਰਾ ਰਿਸ਼ਤੇਦਾਰ ਹੈ, ਮੈਂ ਫਲਾਣੀ ਜਗ੍ਹਾ ਤੇ ਚੱਲਾ ਆ। ਔਰ ਉਹਦੇ ਦਿਲ ਦੇ ਵਿੱਚ ਉਹ ਖੌਫ ਕੱਢੋ। ਅਗਰਚੇ ਤੁਸੀਂ ਉਹਦੇ ਨਾਲ ਸਫ਼ਰ ਕਰੋਗੇ, ਮੁਸਾਫਰ ਉਹਦੇ ਨਾਲ ਬਣੋਗੇ, ਤੇ ਫਿਰ ਉਹ ਦੁਬਾਰਾ ਇਕੱਲਾ ਵੀ ਟੁਰ ਜਾਏਗਾ। ਤੇ ਜੇ ਪਹਿਲੀ ਔਰ ਆਖਰੀ ਵਾਰ ਉਹਨੇ ਇਕੱਲੇ ਹੀ ਜਾਣਾ ਔਰ ਇਕੱਲੇ ਹੀ ਜਾ ਕੇ ਉਹਨੇ ਸੁਣੇ ਹੈ ਕਿ ਮੇਰਾ ਅੱਬਾ ਇੱਧਰ ਜਾਂਦਾ ਸੀ, ਫਲਾਣੀ ਜਗ੍ਹਾ ਤੇ ਗਿਆ ਸੀ, ਉਹਨੇ ਫਲਾਣੀ ਜਗ੍ਹਾ ਤੇ ਇਹ ਕੰਮ ਕੀਤਾ ਸੀ, ਉਹਦੇ ਸਾਹਮਣੇ ਤੇ ਤੁਸੀਂ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਮੈਂ ਉਹੀ ਠੀਕ ਹੈ। ਸੋ ਮੈਂ ਸ਼ਿਕਵਾ ਕਿਸੇ ਦਾ ਵੀ ਨਹੀਂ ਹੋ ਰਿਹਾ, ਇਹ ਸਲਾਹ ਹੋ ਰਹੀ, ਸ਼ਿਕਵਾ ਨਹੀਂ ਹੋ ਰਿਹਾ। ਇਹਨੂੰ ਸ਼ਿਕਵਾ ਨਹੀਂ ਕਹਿੰਦੇ, ਸ਼ਿਕਵਾ ਹੋਰ ਚੀਜ਼ 'ਚ ਆ ਜਾਂਦਾ ਹੈ। ਇਹ ਸਲਾਹ ਹੋ ਰਹੀ ਹੈ, ਇਹ ਦੱਸਿਆ ਜਾ ਰਿਹਾ ਹੈ ਕਿ ਆਪਣੇ ਧੀਆਂ ਪੁੱਤਰਾਂ ਦੇ ਨਾਲ ਤੁਸੀਂ ਹਰ ਮਾਮਲਾ, ਹਰ ਲਫ਼ਜ਼ ਬਾਈ ਲਫ਼ਜ਼ ਉਹਨਾਂ ਨਾਲ ਸ਼ੇਅਰ ਕਰੋ, ਕਿਉਂਕਿ ਜਦੋਂ ਉਹ ਮਾਂ ਪਿਓ ਬਣਨ ਤੇ ਫਿਰ ਉਹਨਾਂ ਨੂੰ ਇਲਮ ਹੋਵੇ। ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਨਾਲ ਲੈ ਕੇ ਜਾਓ, ਉਹਨਾਂ ਦੇ ਹਰ ਮਸਲੇ ਨੂੰ ਇਹ ਹੀ ਸਮਝੋ ਕਿ ਚੂँਕਿ ਉਹਨਾਂ ਨੇ ਤੁਹਾਡੇ ਕੋਲੋਂ ਤਰਬੀਅਤ ਲੈਣੀ, ਤੁਹਾਡੇ ਕੋਲੋਂ ਇਲਮ ਸਿੱਖਣਾ ਉਹਨਾਂ ਨੇ, ਉਹ ਤੁਸੀਂ ਵੀ ਸਿੱਖੋ। ਲੇਕਿਨ ਅਗਰ ਤੁਹਾਨੂੰ ਹੈ ਤੇ ਫਿਰ ਉਹਨੂੰ ਫੌਰੀ ਤੌਰ 'ਤੇ ਆਪਣੇ ਬੱਚਿਆਂ 'ਤੇ ਕਨਵਰਟ ਕਰੋ। ਉਹਨਾਂ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਸਾਡਾ ਅੱਬਾ ਜਿਹੜਾ ਹੈ, ਸਾਡਾ ਜਿਹੜਾ, ਕਿਉਂਕਿ ਮੈਂ ਕਿਸੇ ਹੋਰ ਦਾ ਨਾਂ ਇਸ ਵਾਸਤੇ ਨਹੀਂ ਲੈ ਰਿਹਾ ਕਿ ਕੋਈ ਵੀ ਰਿਸ਼ਤਾ ਪਿਓ ਦੇ ਉੱਤੇ ਨਹੀਂ ਹੋ ਸਕਦਾ। ਅੱਲਾਹ ਤਾਲਾ ਸਾਰਿਆਂ ਦੇ ਪਿਓਵਾਂ ਨੂੰ ਹਯਾਤ ਰੱਖੇ, ਉਹ ਰਹਿੰਦੀ ਦੁਨੀਆ ਤੜੀ ਉਹਨਾਂ ਦੇ ਨਾਲ ਰਹਿਣ। ਲੇਕਿਨ ਅਸਲ ਚੀਜ਼ ਹੈ, ਚਲੋ ਬਾਕੀ ਵੀ ਰਿਸ਼ਤੇ ਤੇ ਕਾਫੀ ਸਾਰੇ ਨੇ ਨਾ, ਲੇਕਿਨ ਸਭ ਤੋਂ ਪਹਿਲੀ ਜ਼ਿੰਮੇਵਾਰੀ ਪਿਓ ਦੀ। ਔਰ ਅਗਰਚੇ ਦੁਨੀਆ 'ਤੇ ਨਾ ਹੋਵੇ ਤੇ ਫਿਰ ਕਿਸੇ ਉਸ ਸ਼ਖਸ ਦੀ ਜਿਹੜਾ ਕਿ ਖਾਸੁਲ ਖਾਸ ਹੋਵੇ, ਜਿਹਦਾ ਖੂਨੀ ਕੋਈ ਐਸਾ ਰਿਸ਼ਤਾ ਹੋਵੇ, ਜਿਹੜਾ ਇਸ ਗੱਲ ਨੂੰ ਸਮਝਦਾ ਹੋਵੇ ਕਿ ਬਈ ਇਹ ਧੀਆਂ ਔਰ ਇਹ ਪੁੱਤਰ ਮੇਰੇ ਨੇ, ਤੇ ਫਿਰ ਉਹਨਾਂ ਕੋਲ ਪੁੱਛਣਾ ਜਿਹੜਾ ਹੈ ਜਾਂ ਉਹਨਾਂ ਨੂੰ ਦੱਸਣਾ ਚਾਹੀਦਾ। ਅਗਰਚੇ ਧੀਆਂ ਪੁੱਤਰ ਝੱਕ ਜਾਂਦੇ ਨੇ, ਗੱਲ ਨਹੀਂ ਕਰਦੇ, ਤੇ ਤੁਸੀਂ ਖੁਦ ਉਹਨਾਂ ਨਾਲ ਗੱਲ ਕਰੋ ਕਿ ਪੁੱਤਰੋ ਇਹ ਤੈਨੂੰ ਇਹ ਮਸਲਾ ਹੈ, ਜੇ ਹੈ ਤਾਂ ਵੀ ਦੱਸ, ਜੇ ਨਹੀਂ ਹੈ ਤਾਂ ਵੀ ਦੱਸ, ਤਾਂ ਕਿ ਇਹਦਾ ਕੋਈ ਪਾਏ ਕੀਤਾ ਜਾਏ। ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਕੋਲੇ ਬਿਠਾਓ, ਉਹਨਾਂ ਨਾਲ ਯਾਰੀ ਦੋਸਤੀ ਰੱਖੋ, ਤਾਂ ਕਿ ਉਹ ਤੁਹਾਡੇ ਨਾਲ ਕੋਈ ਵੀ ਗੱਲ ਕਰਦਿਆਂ ਸ਼ਰਮਿੰਦਾ ਨਾ ਹੋ। ਔਰ ਬਿਲਾ ਝਿਜਕ ਉਹ ਇਸ ਤੁਹਾਡੇ ਕੋਲੋਂ ਸਵਾਲ ਕਰਦਿਆਂ ਔਰ ਉਹ ਗੱਲ ਤੁਸੀਂ ਦੱਸੋ ਉਹਨਾਂ ਨੂੰ, ਔਰ ਹੱਥ ਫੜ ਕੇ ਦੱਸੋ, ਮੂੰਹ ਨਾਲ ਦੱਸੋ, ਹਰ ਹਵਾਲੇ ਨਾਲ ਉਹਨਾਂ ਨੂੰ ਜਾਚ ਸਿਖਾਓ, ਤਾਂ ਕਿ ਉਹ ਅੱਗੋਂ ਤੀਸਰੀ ਨਸਲ ਨਾ ਖਰਾਬ ਹੋ ਜਾਏ। ਤੁਹਾਡੇ ਇਸ ਜ਼ਿੱਦ ਦੀ ਵਜ੍ਹਾ ਨਾਲ ਤੁਸੀਂ ਆਪਣਿਆਂ ਨੂੰ ਔਰ ਉਹਨਾਂ ਅੱਗੋਂ ਆਪਣਿਆਂ ਨੂੰ ਨਾ ਦੱਸਿਆ, ਤੇ 3 ਨਸਲਾਂ ਦੇ ਤੇ ਤੁਸੀਂ ਜ਼ਿੰਮੇਦਾਰ ਹੋ ਨਾ। ਅਗਲੀ ਗੱਲ ਤੇ ਬਾਅਦ ਦੀ ਹੈ ਨਾ, ਫਿਰ ਅੱਗੋਂ ਕਿਉਂ ਹੋਣਾ। ਤੇ ਇਹ ਛੋਟੇ ਛੋਟੇ ਐਸੇ ਸਾਡੇ ਘਰਾਂ ਦੇ ਵਿੱਚ ਐਸੇ ਮਸਲੇ ਨੇ ਜਿਨ੍ਹਾਂ ਨੂੰ ਡਿਸਕਸ ਕਰਨਾ 100% ਜ਼ਰੂਰੀ ਹੈ, ਕਿ ਅਸੀਂ ਸਾਰੀ ਹਯਾਤੀ ਇਸ ਗੱਲ ਦੇ ਉੱਤੇ ਕਦੇ ਗੱਲ ਹੀ ਨਹੀਂ ਕੀਤੀ ਕਿ ਇਹ ਗੱਲ ਬੜੀ ਜ਼ਰੂਰੀ ਹੈ ਕਿ ਆਪਣੀ ਔਲਾਦ ਨੂੰ, ਆਪਣੇ ਲੱਗਦਿਆਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਬਿਠਾ ਕੇ ਤੇ ਇੱਕ ਪੁਰਸਕੂਨ ਜਿਹੀ ਜ਼ਿੰਦਗੀ ਦੇ ਵਿੱਚ ਇਹ ਗੱਲ ਕਰਨੀ ਚਾਹੀਦੀ ਹੈ ਕਿ ਬਈ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਤੇ ਮੈਂ ਤੁਹਾਨੂੰ ਦੱਸ ਰਿਹਾ, ਔਰ ਤੁਹਾਡੇ ਕੋਲ ਕੋਈ ਗੱਲ ਹੈ ਤੇ ਮੈਨੂੰ ਦੱਸੋ।
ਮਤੇ ਜਿਹੜੇ ਕੋਈ ਬੰਦਾ ਸਹੀ ਹੈ ਉਹਦੇ ਤੇ ਇਤਫਾਕ ਕਰੋ, ਇਸ ਜ਼ਿੱਦ 'ਚ ਨਾ ਰਹੋ ਕਿ ਸਾਡੇ ਵੱਡੇ ਇਹ ਕਰਦੇ ਸਨ। ਉਹ ਜੋ ਵੱਡੇ ਕਰਦੇ ਸਨ ਉਹਨਾਂ ਨੇ ਕਰ ਲਿਆ, ਤੇ ਤੁਸੀਂ ਹੁਣ ਉਹਨਾਂ ਤੋਂ ਜ਼ਿਆਦਾ ਇਲਮ ਰੱਖਦੇ ਹੋ, ਜ਼ਿਆਦਾ ਸ਼ਊਰ ਰੱਖਦੇ ਹੋ, ਜ਼ਿਆਦਾ ਤੁਹਾਡੇ ਦੌਰ ਦੇ ਵਿੱਚ ਇਹ ਇੱਕ ਐਸਾ ਦੌਰ ਜਾ ਰਿਹਾ ਜਿਹੜੇ ਕੋਈ ਬੰਦੇ 90 ਦੀ ਤਿਹਾਈ ਤੋਂ ਪਹਿਲਾਂ ਦੇ ਨੇ ਨਾ, ਉਹਨਾਂ ਤੇ 2-3 ਸਦੀਆਂ ਦੇਖੀਆਂ ਨੇ। ਉਹਦੀ ਵਜ੍ਹਾ ਕਿ ਇਸ ਦੌਰ ਦੇ ਵਿੱਚ ਪਾਸਾ ਵੱਜਿਆ ਨਾ, ਔਰ ਉਸ ਪਾਸੇ ਦੇ ਵਿੱਚ ਕਿਤਨੀ ਬੜੀ ਚੇਂਜਿੰਗ ਹੈ ਕਿ 90 ਤੋਂ ਪਹਿਲਾਂ ਦੇ ਜਿਹੜੇ ਮਾਮਲਾ ਸੀ ਉਹ ਹੁਣ ਕੋਈ ਨਹੀਂ, ਔਰ ਜਿਹੜੇ ਹੁਣ ਨੇ ਉਹ ਹੋਰ 10 ਸਾਲਾਂ ਨੂੰ ਕੋਈ ਨਹੀਂ ਹੋਣੇ। ਇੰਨੀ ਜਲਦੀ ਨਾਲ ਦੁਨੀਆ ਦਾ ਰੰਗ ਬਦਲਿਆ। ਤੇ ਇਸ ਜਿਹੜੇ ਲੋਕ ਇਸ ਦੌਰ ਦੇ ਨੇ, ਇਹਨਾਂ ਨੇ ਬੜੀਆਂ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਕਿ ਇਸ ਤੋਂ ਪਹਿਲਾਂ ਲੋਕਾਂ ਨੇ ਨਹੀਂ ਸੀ ਦੇਖੀ। ਬਹੁਤ ਜ਼ਿਆਦਾ ਇਹਦਾ ਅਲਫਾਜ਼ ਨਹੀਂ ਹਨ, ਬੜੀ ਲੰਮੀ ਗੱਲ ਹੋ ਜਾਏਗੀ। ਤੇ ਆਪਣੇ ਧੀਆਂ ਪੁੱਤਰਾਂ ਦਾ ਖਿਆਲ ਰੱਖੋ, ਆਪਣਾ ਵੀ ਖਿਆਲ ਰੱਖਿਓ, ਤਾਂ ਕਿ ਕੱਲ ਜਦੋਂ ਤੁਸੀਂ ਜਦੋਂ ਜ਼ਾਇਫ ਹੋ ਜਾਓ, ਬੁੱਢੇ ਹੋ ਜਾਓ, ਤੁਸੀਂ ਬੱਚਿਆਂ ਦੀ ਮਨਿੰਦ ਹੋ ਜਾਓ ਜਿਸ ਤਰ੍ਹਾਂ ਹੁਣ ਤੁਹਾਡੇ ਬੱਚੇ ਨੇ, ਤੇ ਫਿਰ ਉਹ ਚੱਕਣ ਨਾ, ਤੁਹਾਡੇ ਨੇੜੇ ਲੱਗਦਿਆਂ ਚੱਕਣ ਨਾ, ਫਿਰ ਬਾਹਰੋਂ ਬੰਦਾ ਨਾ ਉਹ ਬੁਲਾਣ ਕਿ ਮੇਰੇ ਅੱਬੇ ਦਾ ਫਲਾਣਾ ਕੰਮ ਕਰ ਦੇ, ਕਿਉਂਕਿ ਸਾਨੂੰ ਤੇ ਉਹਨੇ ਨੇੜੇ ਨਹੀਂ ਲੱਗਣ ਦਿੱਤਾ। ਉਹਨਾਂ ਦੇ ਨੇੜੇ ਲੱਗੋ ਤਾਂ ਕਿ ਉਹ ਤੁਹਾਡੇ ਨੇੜੇ ਲੱਗਣ।